ਹੈਲੋ एवरीवन। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਸਿੱਖਾਂਗੇ ਕਿ ਲੌਗ ਦੀਆਂ ਵੈਲਿਊਜ਼ ਕਿੱਦਾਂ ਕੱਢੀਆਂ ਜਾਂਦੀਆਂ ਨੇ। ਜੇ ਕਿਸੇ ਨੰਬਰ ਦਾ ਲੌਗ ਫਾਈਂਡ ਕਰਨਾ ਹੋਵੇ ਤਾਂ ਕੀ ਪ੍ਰੋਸੀਜਰ ਅਸੀਂ ਅਪਲਾਈ ਕਰਦੇ ਹਾਂ। ਲੌਗ ਦੇ ਨਾਲ ਸਾਡੀ ਬਹੁਤ ਹੀ ਲੈਂਥੀ ਕੈਲਕੂਲੇਸ਼ਨ ਵੀ ਬੱਚੇ ਬਹੁਤ ਈਜ਼ੀ ਹੋ ਜਾਂਦੀ ਆ। ਜਿਵੇਂ ਸਾਡੇ ਕੋਲ 104 ਦੀ ਪਾਵਰ 8 ਤੱਕ ਸੋਲਵ ਕਰਨੀ ਆ, ਅਸੀਂ ਇਹਨੂੰ ਸੋਲਵ ਕਰਨ ਬੈਠਾਂਗੇ ਕੈਲਕੂਲੇਟਰ 'ਤੇ ਜਾਂ ਸਿੰਪਲੀ ਸੋਲਵ ਕਰਾਂਗੇ ਤਾਂ ਸਾਨੂੰ ਬਹੁਤ ਹੀ ਲੈਂਥੀ ਪ੍ਰੋਸੀਜਰ ਅਪਲਾਈ ਕਰਨਾ ਪਊ। ਜੇ ਲੌਗ ਦੇ ਨਾਲ ਫਾਈਂਡ ਕਰੀਏ ਤਾਂ ਇਹਦੀ ਵੈਲਿਊ ਸਾਨੂੰ ਈਜ਼ੀਲੀ ਮਿਲ ਜਾਂਦੀ ਆ ਲੌਗ ਟੇਬਲ ਦੇ ਥਰੂ। ਸੋ ਅਸੀਂ ਕਿਸੇ ਵੀ ਨੰਬਰ ਦਾ ਲੌਗ ਆ ਜਿਹੜਾ ਉਹ ਫਾਈਂਡ ਕਰ ਸਕਦੇ ਹਾਂ। ਹੁਣ ਇਹ ਬੱਚੇ ਪਹਿਲਾਂ ਕਿਸ ਨੰਬਰ ਦਾ ਫਾਈਂਡ ਕਰਦੇ ਆ, ਉਹ ਕਿਸ ਫਾਰਮ ਦਾ ਹੁੰਦਾ ਜਾਂ ਸਾਡਾ ਆਨਸਰ ਕਿਸ ਫਾਰਮ ਦਾ ਹੋ ਸਕਦਾ, ਉਹਨੂੰ ਡਿਸਕਸ ਕਰਦੇ ਹਾਂ। ਦੇਖੋ, ਕੋਈ ਵੀ ਟਰਮ ਜਿਹਦਾ ਤੁਸੀਂ ਲੌਗ ਫਾਈਂਡ ਕਰ ਰਹੇ ਹੋ, ਤੁਸੀਂ ਉਹਨੂੰ ਦੋ ਪਾਰਟਸ 'ਚ ਡਿਵਾਈਡ ਕਰਕੇ ਦੇਖ ਸਕਦੇ ਹੋ। ਇੱਕ ਤਾਂ ਹੋਏਗਾ ਕਰੈਕਟਰਿਸਟਿਕ ਪਾਰਟ, ਇੱਕ ਹੋਏਗਾ ਮੈਂਟੀਸਾ ਪਾਰਟ। ਮੰਨ ਲਓ ਤੁਹਾਨੂੰ ਕੋਈ ਡਿਜਿਟ ਦਿੱਤੀ ਹੋਈ ਹੈ ਬੱਚੇ 1085, 4 ਡਿਜਿਟ ਨੇ। ਇਹ ਤੋਂ ਬਾਅਦ ਸਾਡੇ ਕੋਲ ਡੈਸੀਮਲ ਨਹੀਂ, ਤਾਂ ਇਹ ਤੋਂ ਮੰਨ ਲਓ ਕਿ ਇਹ ਤੋਂ ਬਾਅਦ ਸਾਡੇ ਕੋਲ ਡੈਸੀਮਲ ਲੱਗਿਆ ਹੋਇਆ। ਹੁਣ ਜਿਹੜਾ ਡੈਸੀਮਲ ਤੋਂ ਅੱਗੇ ਵਾਲਾ ਪਾਰਟ ਹੁੰਦਾ ਉਹਨੂੰ ਬੋਲਿਆ ਜਾਂਦਾ ਕਰੈਕਟਰਿਸਟਿਕ ਪਾਰਟ। ਜੋ ਡੈਸੀਮਲ ਪੁਆਇੰਟ ਤੋਂ ਬਾਅਦ ਵਾਲੀ ਟਰਮ ਹੁੰਦੀਆਂ ਨੇ ਬੱਚੇ ਜਦ ਡਿਜਿਟਸ ਹੋਣਗੀਆਂ, ਉਹਨਾਂ ਨੂੰ ਕਿਹਾ ਜਾਏਗਾ ਮੈਂਟੀਸਾ ਪਾਰਟ। ਜਿਵੇਂ 23.81 ਦਿੱਤਾ ਹੋਇਆ ਤਾਂ 23 ਕੀ ਹੋਏਗਾ ਸਾਡਾ ਕਰੈਕਟਰਿਸਟਿਕ ਪਾਰਟ, ਅਤੇ 81 ਸਾਡਾ ਕੀ ਹੋਏਗਾ ਮੈਂਟੀਸਾ ਪਾਰਟ। ਜਦੋਂ ਵੀ ਅਸੀਂ ਕਿਸੇ ਵੀ ਨੰਬਰ ਦਾ ਵਿੱਚ ਲੌਗ ਫਾਈਂਡ ਕਰਦੇ ਹਾਂ ਤਾਂ ਉਸਨੂੰ ਇਸੇ ਫਾਰਮ 'ਚ ਰਿਪਰੈਜ਼ੈਂਟ ਕੀਤਾ ਜਾਂਦਾ, ਕਰੈਕਟਰਿਸਟਿਕ, ਫਿਰ ਉਸ ਤੋਂ ਬਾਅਦ ਡੈਸੀਮਲ ਪੁਆਇੰਟ, ਫਿਰ ਮੈਂਟੀਸਾ ਪਾਰਟ। ਹੁਣ ਦੇਖਦੇ ਹਾਂ ਕਿ ਸਾਨੂੰ ਕਿਹੜਾ ਪ੍ਰੋਸੀਜਰ ਅਪਲਾਈ ਕਰਨਾ ਪੈਂਦਾ ਜਾਂ ਕਿਵੇਂ ਕਿਸੇ ਟਰਮ ਦਾ ਅਸੀਂ ਕਿਸੇ ਨੰਬਰ ਦਾ ਲੌਗ ਆ ਜਿਹੜਾ ਫਾਈਂਡ ਕਰਦੇ ਹਾਂ। ਸਟੈਪ ਬਾਏ ਸਟੈਪ ਡਿਸਕਸ ਕਰਦੇ ਹਾਂ ਬੱਚੇ। ਸਟੈਪ ਫਸਟ ਕੀ ਆ, ਕਹਿੰਦੇ ਜਿਹੜੀ ਵੀ ਵੈਲਿਊ ਦਾ ਤੁਸੀਂ ਲੌਗ ਫਾਈਂਡ ਕਰਨਾ ਚਾਹੁੰਦੇ ਹੋ ਉਹਨੂੰ ਅਸੀਂ 4 ਡਿਜਿਟ ਤੱਕ ਹੀ ਚੈੱਕ ਕਰਾਂਗੇ। ਜਿਵੇਂ ਬੱਚੇ ਸਾਨੂੰ ਕੋਲ ਦਿੱਤਾ ਹੋਇਆ 18315, ਤਾਂ ਇਹਦਾ ਜਦੋਂ ਅਸੀਂ ਲੌਗ ਚੈੱਕ ਕਰਨਾ ਤਾਂ ਸਿਰਫ ਪਹਿਲੀਆਂ 4 ਡਿਜਿਟ ਦੇ ਲਈ ਹੀ ਅਸੀਂ ਚੈੱਕ ਕਰਨਾ। ਜਿਵੇਂ ਬੱਚੇ ਸਾਡੇ ਕੋਲ ਨੰਬਰ ਹਾਈਅਰ ਆ ਜਾਂਦੇ ਨੇ ਤਾਂ ਅਸੀਂ ਉਹਨੂੰ ਅਪਰੋਕਸ ਕਰ ਲੈਣਾ। ਜਿਵੇਂ ਇਹਨੂੰ ਅਪਰੋਕਸ 4 ਡਿਜਿਟ ਤੱਕ ਅਪਰੋਕਸ ਕਰਕੇ ਫਿਰ ਉਸ ਤੋਂ ਬਾਅਦ ਉਹਦਾ ਲੌਗ ਚੈੱਕ ਕੀਤਾ ਜਾਂਦਾ। ਪਹਿਲਾ ਸਟੈਪ ਕੀ ਹੋਇਆ, ਕਹਿੰਦੇ ਜੋ ਵੀ ਨੰਬਰ ਦਿੱਤਾ ਗਿਆ ਉਹਨੂੰ ਪਹਿਲਾਂ 4 ਡਿਜਿਟ ਤੱਕ ਲਿਖ ਲਓ। ਜੇ ਅਪਰੋਕਸ ਕਰਨ ਵਾਲਾ ਤਾਂ ਅਪਰੋਕਸ ਕਰਕੇ ਲਿਖੋ। ਜੇ ਸਿੰਪਲੀ ਜਿਵੇਂ 813111 ਆ ਤਾਂ ਇਹਦੀਆਂ ਪਹਿਲੀਆਂ ਡਿਜਿਟ ਸਾਡੇ ਕੋਲ ਕੀ ਹੋਣਗੀਆਂ, 4 ਡਿਜਿਟ ਅਸੀਂ ਪਿਕ ਕਰ ਲਾਂਗੇ। ਸੋ ਸਟੈਪ ਫਸਟ ਹੋ ਗਿਆ ਸਾਡਾ ਕਿ ਹਰ ਜੋ ਵੀ ਨੰਬਰ ਦਿੱਤਾ ਹੋਇਆ ਅਸੀਂ ਉਹਦੀਆਂ ਪਹਿਲੀਆਂ 4 ਡਿਜਿਟ ਨੂੰ ਹੀ ਚੈੱਕ ਕਰਨਾ। ਸਟੈਪ ਸੈਕਿੰਡ ਕੀ ਆ, ਕਹਿੰਦੇ ਜਿੰਨੀਆਂ ਵੀ ਟੋਟਲ ਡਿਜਿਟ ਨੇ ਬੱਚੇ ਡੈਸੀਮਲ ਪੁਆਇੰਟ ਤੋਂ ਅੱਗੇ ਉਹਨਾਂ ਨੂੰ ਕਾਊਂਟ ਕਰ ਲਓ। ਜਿਵੇਂ ਸਾਨੂੰ ਇੱਕ ਨੰਬਰ ਦਿੱਤਾ ਹੋਇਆ 1234, ਇਸ ਤੋਂ ਬਾਅਦ ਬੱਚੇ ਇੱਥੇ ਕੋਈ ਡੈਸੀਮਲ ਪੁਆਇੰਟ ਨਹੀਂ ਹੈਗਾ, ਤਾਂ ਜਿੱਥੇ ਵੀ ਡੈਸੀਮਲ ਨਹੀਂ ਹੋਏਗਾ ਉਸ ਦੇ ਵਿੱਚ ਅਸੀਂ ਨੰਬਰ ਹਮੇਸ਼ਾ ਡੈਸੀਮਲ ਸਾਰੇ ਨੰਬਰਸ ਤੋਂ ਬਾਅਦ ਲੈ ਲਾਂਗੇ। 1 2 3 4 ਪੁਆਇੰਟ। ਜੇ ਮੰਨ ਲਓ ਇਹ ਦਿੱਤਾ ਹੋਇਆ 12.84, ਤਾਂ ਇਸ ਤਰ੍ਹਾਂ ਨਾਲ। ਹੁਣ ਦੇਖੋ ਡੈਸੀਮਲ ਤੋਂ ਪਹਿਲੇ ਜਿਹੜਾ ਨੰਬਰ ਆ ਉਹਦੇ ਵਿੱਚ ਕਿੰਨੇ ਡਿਜਿਟ ਨੇ, 1 2 3 4, ਅਤੇ ਜਿਹੜਾ ਦੂਸਰਾ ਨੰਬਰ ਆ ਉਹਦੇ ਵਿੱਚ ਡੈਸੀਮਲ ਤੋਂ ਅੱਗੇ ਕਿੰਨੇ ਟਰਮ ਨੇ, 1 ਐਂਡ 2। ਫਿਰ ਸਟੈਪ ਸੈਕਿੰਡ ਕੀ ਕਹਿੰਦਾ, ਵੀ ਹੈਵ ਟੂ ਕਾਊਂਟ ਦਾ ਟੋਟਲ ਡਿਜਿਟ ਗਿਵਨ ਐਂਡ ਸਬਟਰੈਕਟ 1 ਫਰੋਮ ਇਟ। ਕਹਿੰਦੇ ਜਿੰਨੀਆਂ ਟੋਟਲ ਡਿਜਿਟ ਨੇ ਉਹਨਾਂ ਨੂੰ ਕਾਊਂਟ ਕਰੋ। ਜਿਵੇਂ ਇਹਦੇ ਵਿੱਚ 4 ਡਿਜਿਟ ਨੇ, ਅਸੀਂ ਕਾਊਂਟ ਕੀਤੇ ਆ 4। ਇਸ 4 ਦੇ ਵਿੱਚੋਂ ਇੱਕ ਕੀ ਕਰ ਦਿਓ, ਸਬਟਰੈਕਟ ਕਰ ਦਿਓ। ਜੇ ਇਹਦੇ ਵਿੱਚ ਪੁਆਇੰਟਸ ਤੋਂ ਅੱਗੇ 2 ਡਿਜਿਟ ਨੇ ਤਾਂ 2 1 ਚੋਂ ਸਬਟਰੈਕਟ ਕਰ ਦਿਓ 1। ਇਹਦਾ ਆਨਸਰ ਆਏਗਾ ਬੱਚੇ 3, ਅਤੇ ਇਹਦਾ ਆਨਸਰ ਆ ਗਿਆ ਸਾਡੇ ਕੋਲ 1। ਚਲੋ ਜੀ, ਸੈਕਿੰਡ ਸਟੈਪ ਹੋ ਗਿਆ ਕਿ ਜਿੰਨੀਆਂ ਪੁਆਇੰਟ ਤੋਂ ਅੱਗੇ ਡਿਜਿਟ ਨੇ ਉਹਨਾਂ ਨੂੰ ਕਾਊਂਟ ਕਰੋ ਅਤੇ ਉਹਦੇ ਵਿੱਚੋਂ ਇੱਕ ਸਬਟਰੈਕਟ ਕਰ ਦਿਓ। ਅੱਗੇ ਸਟੈਪ ਥਰਡ ਕੀ ਆ ਬੱਚੇ, ਕਹਿੰਦੇ ਜਿਹੜੀ ਇਹ ਡਿਜਿਟ ਅਸੀਂ ਕੱਢੀ ਆ ਇਹ ਸਾਡੀ ਕੀ ਹੈਲਪ ਕਰੇਗਾ, ਜੋ ਅਸੀਂ ਲੌਗ ਵੈਲਿਊ ਫਾਈਂਡ ਕਰਾਂਗੇ ਉਹ ਹਮੇਸ਼ਾ ਸਾਡੀ ਇਸੇ ਡਿਜਿਟ ਤੋਂ ਸਟਾਰਟ ਹੋਏਗੀ। ਜਿਵੇਂ ਪਹਿਲੇ ਦੇ ਲਈ ਕੀ ਆਇਆ 3, ਤਾਂ ਸਾਡਾ ਆਨਸਰ ਕੀ ਹੋਏਗਾ 3 ਪੁਆਇੰਟ ਤੋਂ ਸਟਾਰਟ ਹੋਊਗਾ। ਦੂਸਰੇ ਦੇ ਲਈ ਆਨਸਰ ਕੀ ਆਇਆ 1, ਤਾਂ ਜਿਹੜੀ ਇਹਦੀ ਵੈਲਿਊ ਲੌਗ ਉਹ ਕਿੱਥੋਂ ਸਟਾਰਟ ਹੋਊਗੀ, 1 ਤੋਂ ਸਟਾਰਟ ਹੋਊਗੀ। ਅੱਗੇ ਸਟੈਪ ਫੋਰਥ ਕੀ ਆ, ਸਟੈਪ ਥਰਡ, ਦੈਨ ਪੁੱਟ ਅ ਪੁਆਇੰਟ ਆਫਟਰ ਇਟ। ਜਿਹੜੀ ਡਿਜਿਟ ਆਈ ਆ ਬੱਚੇ ਉਸ ਤੋਂ ਬਾਅਦ ਇੱਕ ਪੁਆਇੰਟ ਲਗਾ ਦਾਂਗੇ। ਹੁਣ ਅਸੀਂ ਆਨਸਰ ਆ ਜਿਹੜਾ ਇਹਦੀ ਫਾਰਮ 'ਚ ਰਿਪਰਜੈਂਟ ਕਰਾਂਗੇ। ਪਹਿਲਾ ਸਟੈਪ ਕਾਊਂਟ ਕੀਤੀਆਂ 4 ਡਿਜਿਟ ਤੱਕ ਉਹਨੂੰ ਸਮ ਅਪ ਕੀਤਾ। ਦੂਸਰਾ ਸਟੈਪ ਜਿੰਨੀਆਂ ਪੁਆਇੰਟ ਤੋਂ ਅੱਗੇ ਟਰਮਸ ਨੇ ਉਹਨਾਂ ਨੂੰ ਕਾਊਂਟ ਕੀਤਾ ਅਤੇ ਉਹਦੇ ਵਿੱਚੋਂ 1 ਕੀ ਕਰਤਾ, ਸਬਟਰੈਕਟ। ਤੀਸਰਾ ਕਹਿੰਦੇ ਜਿਹੜੀ ਡਿਜਿਟ ਆਈ ਆ ਉਹ ਤੋਂ ਬਾਅਦ ਪੁਆਇੰਟ ਲਾ ਕੇ ਉਹਨੂੰ ਇੱਕ ਸਾਈਡ 'ਤੇ ਨੋਟ ਕਰਕੇ ਲਿਖ ਲਓ। ਅੱਗੇ ਫੋਰਥ ਸਟੈਪ ਕੀ ਆ, ਕਹਿੰਦੇ ਜਦੋਂ ਤੁਸੀਂ ਇਹ ਕਰ ਲਿਆ, ਡੈਸੀਮਲ ਲੱਭ ਲਿਆ, ਤਾਂ ਉਸ ਤੋਂ ਬਾਅਦ ਅਸੀਂ ਬੱਚੇ ਲੌਗ ਟੇਬਲ ਦਾ ਯੂਜ਼ ਕਰਾਂਗੇ। ਲੌਗ ਟੇਬਲ ਦੇ ਲਈ ਕੀ ਕਰਾਂਗੇ, ਕਹਿੰਦੇ ਜਿਹੜਾ ਨੰਬਰ ਆ ਉਹਨੂੰ ਇਸ ਤਰ੍ਹਾਂ ਡਿਵਾਈਡ ਕਰ ਲਓ। ਪਹਿਲਾਂ ਡਬਲ ਟਰਮ ਮਤਲਬ ਪਹਿਲਾਂ ਪੇਅਰ ਲਿਖੋ ਨੰਬਰਸ ਦਾ, ਪਹਿਲੀਆਂ 2 ਡਿਜਿਟ, ਉਸ ਤੋਂ ਬਾਅਦ ਇੱਕ ਸਿੰਗਲ ਡਿਜਿਟ, ਫਿਰ ਇੱਕ ਸਿੰਗਲ ਡਿਜਿਟ। ਪਹਿਲੀਆਂ 2 ਡਿਜਿਟ ਨੂੰ ਬੱਚੇ ਇਕੱਠਾ ਚੈੱਕ ਕਰਨਾ, ਉਸ ਤੋਂ ਬਾਅਦ ਸਿੰਗਲ ਡਿਜਿਟ, ਉਸ ਤੋਂ ਬਾਅਦ ਸਿੰਗਲ ਡਿਜਿਟ। ਜੋ ਪਹਿਲੀ ਆ ਉਹਨੂੰ ਬੋਲਿਆ ਜਾਏਗਾ ਮੇਨ, ਇਹਨੂੰ ਬੋਲਿਆ ਜਾਏਗਾ ਡਿਫਰੈਂਟ ਡਿਜਿਟ, ਇਹਨੂੰ ਬੋਲਿਆ ਜਾਏਗਾ ਮੀਨ ਡਿਫਰੈਂਸ।
पहला जो पेयर आ वो साडा मेन कॉलम आ, उस तो बाद साडे कोल डिफरेंस आ, उस तो बाद बचे साडे कोल मेन डिफरेंस आ। हुण जदों इनू हुण ये जिहड़ी वैल्यूज़ असीं लिखियां ने हुण इन्हां नूं असीं विच लॉग टेबल चों लभांगे। लॉग टेबल चों असीं किवें फाइंड करना, कहंदे सानूं वैल्यू दित्ती होई आ बच्चे आ साडा लॉग टेबल आ। हमेशा हर जिन्हां दे विच असीं लॉग वगैरह सॉल्व करदे हां लास्ट ते उहदे विच बुक दे मिल जांदा लॉग टेबल, नहीं असीं एक्स्ट्रा अलग तो भी लै सकदे हां। हुण इहदे विच असीं फाइंड कर रहे हैं बच्चे 1 2 3 4 ਦਾ ਲੌਗ। ਪਹਿਲਾਂ ਅਸੀਂ ਨੇ ਕੀ ਕਿਹਾ, ਪਹਿਲੀਆਂ ਦੋ ਟਰਮ ਦਾ ਪੇਅਰ। ਪਹਿਲੀ ਜਿਹੜੀ ਮੇਨ ਲਾਈਨ ਹੈ ਬੱਚੇ ਲੌਗ ਟੇਬਲ ਦੇ ਵਿੱਚ ਜੋ ਫਸਟ ਕਾਲਮ ਆ ਮੇਨ ਕਾਲਮ ਉਹਦੇ ਵਿੱਚੋਂ ਕਿਤੇ ਲੱਭਾਂਗੇ 12 ਕਿੱਥੇ ਲਿਖਿਆ ਹੋਇਆ ਦੇਖੋ ਆ ਪਿਆ ਸਾਡਾ 12। ਹੁਣ ਇਸ ਤੋਂ ਬਾਅਦ ਬੱਚੇ ਅੱਗੇ ਦੇਖਣਾ ਸੀ ਨੇ ਡਿਫਰੈਂਸ ਮਤਲਬ ਜਿਹੜੀਆਂ ਉੱਪਰ ਲਿਖੇ ਹੋਏ ਨੇ ਉਰੋਂ ਤੋਂ ਲੈ ਕੇ ਉਰੇ ਤੱਕ 9 ਤੱਕ, ਇਹਨਾਂ ਦੇ ਵਿੱਚੋਂ ਕੀ ਲੱਭਣਾ ਸੀ ਨੇ 3। ਹੁਣ ਜਿੱਥੇ ਆ 3 ਅਤੇ ਜਿੱਥੇ ਆ 12 ਕੱਟ ਹੋ ਰਹੇ ਨੇ ਉਹ ਵੈਲਿਊ ਨੂੰ ਪਿਕ ਕਰ ਲੈਣਾ ਵਿੱਚ। ਉਹ ਵੈਲਿਊ ਕੀ ਆ 0 8 9 9। ਕੀ ਕੀਤਾ, ਜੋ ਨੰਬਰ ਦਿੱਤਾ ਹੋਇਆ ਸੀ 4 ਡਿਜਿਟ ਨੰਬਰ ਉਹਦੇ ਵਿੱਚੋਂ ਸਭ ਤੋਂ ਪਹਿਲੀਆਂ 2 ਡਿਜਿਟ ਦੇਖੀਆਂ, ਉਹਨਾਂ ਨੂੰ ਅਸੀਂ ਮੇਨ ਕਾਲਮ 'ਚੋਂ ਲੱਭਿਆ। ਉਸ ਤੋਂ ਬਾਅਦ ਅਗਲੀ ਡਿਜਿਟ ਦੇ ਲਈ ਉੱਪਰ ਜੋ 0 ਤੋਂ 9 ਤੱਕ ਵੈਲਿਊ ਲਿਖੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਲੱਭਿਆ। ਜਿੱਥੇ ਇਹ ਵੈਲਿਊਜ਼ ਕ੍ਰੋਸ ਹੋ ਰਹੀਆਂ ਨੇ ਇੰਟਰਸੈਕਟ ਕਰ ਰਹੀਆਂ ਨੇ ਉਹ ਵੈਲਿਊ ਨੂੰ ਅਸੀਂ ਨੇ ਪਿਕ ਕਰ ਲਿਆ। ਉਸ ਤੋਂ ਬਾਅਦ ਜਿਹੜੀ 4th ਡਿਜਿਟ ਆ ਬੱਚੇ ਉਹਨੂੰ ਅਸੀਂ ਲੱਭਾਂਗੇ ਮੀਨ ਡਿਫਰੈਂਸ ਤੋਂ। ਜਿਹੜਾ ਟੇਬਲ ਦੇ ਵਿੱਚ ਛੋਟੀਆਂ ਵੈਲਿਊਜ਼ ਹੁੰਦੀਆਂ ਨੇ 1 ਤੋਂ 9 ਇਹ ਹੁੰਦੀਆਂ ਨੇ ਮੀਨ ਡਿਫਰੈਂਸ ਦੀਆਂ ਵੈਲਿਊਜ਼। ਹੁਣ ਮੀਨ ਡਿਫਰੈਂਸ ਦੇ ਲਈ ਅਸੀਂ ਕਿਹਨੂੰ ਚੈੱਕ ਕਰਨਾ 4 ਨੂੰ। ਸੋ 4 ਆ ਪਿਆ ਸਾਡੇ ਕੋਲ। ਹੁਣ ਇਹਨੂੰ ਵੀ ਬੱਚੇ ਜਿਹੜਾ 12 ਆ ਇਹਨੂੰ ਹੋਰ ਅੱਗੇ ਇਨਕਰੀਜ਼ ਕਰੋ, ਜਿੱਥੇ ਇਹ 12 ਅਤੇ 4 ਇੰਟਰਸੈਕਟ ਕਰਦੇ ਨੇ ਉਹ ਵੈਲਿਊ ਚੱਕ ਲੈਣੀ ਹੈ। ਕਿੱਥੇ ਕਰ ਰਹੇ ਨੇ 14 'ਤੇ। ਸੋ ਜਿਹੜਾ ਆਨਸਰ ਆਇਆ ਉਹਨੂੰ ਨੀਚੇ, ਜੋ ਪਹਿਲਾ ਆਨਸਰ ਸੀ ਬੱਚੇ ਜੋ ਹੁਣ ਅਸੀਂ ਆਨਸਰ ਆਇਆ ਇਹਨਾਂ ਦੋਹਾਂ ਨੂੰ ਕੀ ਕਰਨਾ ਐਡ 9 + 4 3 13 ਹੋ ਗਿਆ 1 ਗਿਆ। ਉਸ ਤੋਂ ਬਾਅਦ 9 10 ਤੇ 11 9 0। ਸੋ ਸਾਡਾ ਇਹਦਾ ਆਨਸਰ ਕੀ ਆ ਗਿਆ 0 9 1 3। ਇਹ ਹੋ ਗਿਆ ਲੌਗ ਦੇ ਵਿੱਚੋਂ ਅਸੀਂ ਟੇਬਲ 'ਚੋਂ ਵੈਲਿਊ ਚੈੱਕ ਕੀਤੀ। ਬਟ ਹੁਣ ਇਹਨੂੰ ਲਿਖਣਾ ਕੀ ਆ, ਕਹਿੰਦੇ ਬੱਚੇ ਅਸੀਂ ਪਹਿਲਾਂ ਜਿਹੜਾ ਇੱਕ ਲਿਖ ਕੇ ਛੱਡਿਆ ਹੋਇਆ ਸੀਗਾ 3 ਪੁਆਇੰਟ ਸਮਥਿੰਗ ਉਹ ਡਿਜਿਟ ਲਿਆ ਕੇ ਉਰੇ ਰਿਪਲੇਸ ਕਰ ਦੇਣੀ, ਇਹਦੇ ਪਿੱਛੇ ਲਿਖ ਦੇਣੀ ਆ 3.0913। ਸੋ ਇਹ ਹੋ ਗਈ ਸਾਡੀ ਲੌਗ ਦੀ ਵੈਲਿਊ। ਅਗੇਨ ਸਟੈਪ ਕੀ ਸੀਗੇ, ਸਭ ਤੋਂ ਪਹਿਲਾਂ 4 ਡਿਜਿਟ 'ਚ ਸਮ ਅਪ ਕਰੋ। ਉਸ ਤੋਂ ਬਾਅਦ ਸੈਕਿੰਡ ਅਸੀਂ ਪੁਆਇੰਟ ਤੋਂ ਅੱਗੇ ਡੈਸੀਮਲ ਪੁਆਇੰਟ ਤੋਂ ਅਗਲੀਆਂ ਟਰਮਸ ਕਾਊਂਟ ਕੀਤੀਆਂ, ਉਹਦੇ ਵਿੱਚੋਂ 1 ਸਬਟਰੈਕਟ ਕੀਤਾ। ਫਿਰ ਉਹਨੂੰ ਜਿਹੜੀ ਆਨਸਰ ਆਈ ਆ ਉਹ ਤੋਂ ਬਾਅਦ ਇੱਕ ਪੁਆਇੰਟ ਲਾ ਕੇ ਉਹਨੂੰ ਲਿਖ ਕੇ ਛੱਡਿਆ। ਫਿਰ ਅਗਲਾ ਸਟੈਪ ਲੌਗ ਟੇਬਲ ਦੇ ਵਿੱਚੋਂ ਵੈਲਿਊਜ਼ ਲੱਭਣੀਆਂ, ਪਹਿਲੀਆਂ 2 ਟਰਮਸ ਅਤੇ ਫਿਰ ਤੀਜੀ ਟਰਮ ਨੂੰ ਉੱਪਰੋਂ ਦੇਖਣਾ, ਜਿੱਥੇ ਉਹ ਇੰਟਰਸੈਕਟ ਕਰ ਰਹੀਆਂ ਨੇ ਉਹ ਪੁਆਇੰਟ ਚੱਕ ਲੈਣਾ। ਫਿਰ ਮੀਨ ਡਿਫਰੈਂਸ ਦਾ ਟੇਬਲ ਦੇਖਣਾ, ਜਿਹੜਾ ਆਨਸਰ ਆਇਆ ਉਹਨੂੰ ਪਹਿਲੇ ਆਨਸਰ ਦੇ ਵਿੱਚ ਐਡ ਕਰ ਦੇਣਾ। ਇਸੇ ਤਰ੍ਹਾਂ ਵਿੱਚ ਇੱਕ ਐਗਜ਼ਾਮਪਲ ਹੋਰ ਕਰਕੇ ਦੇਖਦੇ ਹਾਂ, ਹੋਰ ਵੈਲਿਊ ਲੌਗ ਦੀ ਫਾਈਂਡ ਕਰਕੇ ਦੇਖਦੇ ਹਾਂ। ਜਿਵੇਂ ਬੱਚੇ ਸਾਡੇ ਕੋਲ ਟਰਮ ਹੈ ਲੌਗ 104, ਅਸੀਂ 104 ਦਾ ਲੌਗ ਫਾਈਂਡ ਕਰਨਾ। ਹੁਣ ਅਗੇਨ ਪਹਿਲਾਂ ਇਹਦੇ ਵਿੱਚ ਕੋਈ ਡੈਸੀਮਲ ਨਹੀਂ, ਤਾਂ ਜਿੱਥੇ ਵੀ ਡੈਸੀਮਲ ਨਹੀਂ ਹੈਗਾ ਅਸੀਂ ਕੀ ਮੰਨ ਲੈਣਾ ਲਾਸਟ ਡਿਜਿਟ ਤੋਂ ਬਾਅਦ ਸਾਨੂੰ ਡੈਸੀਮਲ ਦਿੱਤਾ ਹੋਇਆ। ਸੋ 104 ਤੋਂ ਬਾਅਦ ਕੀ ਲੈ ਲਿਆ ਅਸੀਂ ਨੇ ਡੈਸੀਮਲ ਲੈ ਲਿਆ। ਬੱਚੇ ਹੁਣ ਇਹ ਨਹੀਂ ਹੈਗਾ ਕਿ ਇੱਥੇ ਸਾਡੇ ਕੋਲ 4 ਡਿਜਿਟ ਨਹੀਂ ਹੈਗੇ ਅਤੇ ਇਹਦੇ ਪਿੱਛੇ ਇੱਕ 0 ਐਕਸਟਰਾ ਲਾ ਕੇ 4 ਨਹੀਂ, ਅਸੀਂ ਕਿਹਾ ਕਿ ਵੱਧ ਤੋਂ ਵੱਧ 4 ਡਿਜਿਟ ਹੋਣੀਆਂ ਚਾਹੀਦੀਆਂ ਨੇ, ਘੱਟ ਹੋਣਗੀਆਂ ਤਾਂ ਉਹਨਾਂ ਦਾ ਲੌਗ ਫਾਈਂਡ ਹੋ ਜਾਏਗਾ ਬੱਚੇ। ਵੱਧ ਤੋਂ ਵੱਧ ਅਸੀਂ ਕਿੰਨੀਆਂ ਡਿਜਿਟ ਲੈ ਸਕਦੇ ਹਾਂ 4 ਡਿਜਿਟ ਲੈ ਸਕਦੇ। ਸੋ ਇਹਦੇ ਪਿੱਛੇ 0 ਨਹੀਂ ਲਾਉਣੀ, ਜਿੰਨੀਆਂ ਡਿਜਿਟ ਹੈਗੀਆਂ ਨੇ ਉਹਦੇ ਮਗਰ ਕੀ ਲੈ ਲਓ ਪੁਆਇੰਟ, ਪਹਿਲਾ ਸਟੈਪ। ਦੂਸਰਾ ਸਟੈਪ ਕੀ ਸੀਗਾ, ਡੈਸੀਮਲ ਤੋਂ ਮੂਹਰੇ ਕਿੰਨੀ ਨੰਬਰ ਆਫ ਟਰਮਸ ਨੇ, ਕਿੰਨੇ ਨੰਬਰ 1 2 3। ਸੋ ਕਿੰਨੇ ਨੰਬਰ ਆਫ ਟਰਮਸ ਨੇ 3 ਨੰਬਰ ਆਫ ਟਰਮਸ ਨੇ। ਤਾਂ ਹੁਣ ਅਸੀਂ ਕੀ ਕਰਨਾ, ਇਸ 3 ਦੇ ਵਿੱਚੋਂ 1 ਨੂੰ ਸਬਟਰੈਕਟ ਕਰ ਦੇਣਾ, ਆਨਸਰ ਕੀ ਆਏਗਾ 2। ਅਗਲਾ ਸਟੈਪ ਕੀ ਸੀਗਾ, ਕਹਿੰਦੇ ਜਿਹੜਾ ਆਨਸਰ ਆਇਆ ਉਹਨੂੰ ਇੱਕ ਸਾਈਡ 'ਤੇ ਲਿਖ ਲਓ, ਉਸ ਤੋਂ ਬਾਅਦ ਡੈਸੀਮਲ ਲਗਾ ਕੇ 2 ਪੁਆਇੰਟ ਸਮਥਿੰਗ। ਹੁਣ ਉਸ ਤੋਂ ਬਾਅਦ ਕਹਿੰਦੇ ਜਿਹੜੀ ਵੈਲਿਊ ਦਿੱਤੀ ਹੋਈ ਆ ਉਹਨੂੰ ਅਸੀਂ ਲੌਗ ਟੇਬਲ 'ਚ ਲੱਭਾਂਗੇ। ਸਾਨੂੰ ਟਰਮ ਕੀ ਆ 104, ਪਹਿਲੀਆਂ 2 ਡਿਜਿਟ ਨੂੰ ਇਕੱਠਾ ਦੇਖਾਂਗੇ, ਉਸ ਤੋਂ ਬਾਅਦ ਅਗਲੀ ਡਿਜਿਟ ਦੇਖਾਂਗੇ। ਹੁਣ ਦੇਖੋ ਇਸ ਤੋਂ ਬਾਅਦ ਹੋਰ ਕੋਈ ਨਹੀਂ, ਤਾਂ ਇਸ ਦਾ ਮਤਲਬ ਸਾਨੂੰ ਮੀਨ ਡਿਫਰੈਂਸ 'ਤੇ ਜਾਣ ਦੀ ਲੋੜ ਨਹੀਂ, ਸਾਨੂੰ ਆਨਸਰ ਮੂਰਲੀ ਹੀ ਵੈਲਿਊਜ਼ ਤੋਂ ਮਿਲ ਜਾਏਗਾ। ਪਹਿਲਾਂ ਕੀ ਆ 10, ਬੱਚੇ 10 ਫਸਟ ਹੀ ਰੋ 'ਚ ਪਿਆ। ਉਸ ਤੋਂ ਬਾਅਦ ਪਿੱਛੇ ਕੀ ਆ 4 ਆ ਪਿਆ, ਜਿੱਥੇ 10 ਅਤੇ 4 ਇੰਟਰਸੈਕਟ ਕਰ ਰਹੇ ਨੇ ਉਹੀ ਸਾਡੀ ਵੈਲਿਊ ਹੋਊਗੀ। ਕਿੱਥੇ ਇੰਟਰਸੈਕਟ ਕਰ ਰਹੇ ਨੇ 0 0 1 7। ਸੋ ਜੇ ਆਨਸਰ ਆ ਗਿਆ 0 0 1 7।
जी नैक्सट बच्चे जिमें लॉग 100 आ, लॉग 100 की वैल्यू साढ़े कोल की आ जाएगी अगली, हाँ जी ये हो गया 0017 तो 2.0017 ये हो गया 104 की वैल्यू। होर कट देना बच्चे लॉग 6000 की वैल्यू असीं ने कड्ढनी है, लॉग 6000। पहला काम कि जो डेसीमल नहीं हैगा तो लास्ट डिजिट तो बाद असी डेसीमल मान लेना, लास्ट डिजिट तो बाद साडा डेसीमल हो गया। सो 6000 कितनियां टर्म्स हो गई डेसीमल तो अगे 1 2 3 4। हुण जिहड़ा साडा आंसर आऊगा वो की होगा 4 - 1 विच इज़ इक्वल टू 3। 3 पॉइंट साडा आंसर कित्थों स्टार्ट होएगा बच्चे 3 पॉइंट तो। हुण जो ये पॉइंट लिख लिया फिर की करना असी टेबल वैल्यू दे लई पहलियां दो वैल्यूज़ नूं डिजिट नूं इकट्ठा देखना फिर 0 हुण इहदा टेबल 55 तक है। नैक्सट होएगा बच्चे ये भी लॉग टेबल। हुण इहदे विचों की लभना सी ने 60 आ पिया। अगली वैल्यू की सी बच्चे 0। सो 0 कित्थे पिया उपर, कित्थे मीट कर रही ने 7 7 8 2 ते। अगे देखोगे बच्चे मीन डिफरेंस 0 नहीं दिता होया सो उत्थे जाने की लोड़ नहीं, सानू इन्ना वैल्यू तो ही आंसर मिल गया लॉग टेबल तो 7782। बट हुण इहनूं लिखना किवें आ, जो डिजिट असीं उपर छड्ड के आए सी 3 पॉइंट उस दे नाल असीं स्टार्ट कर देंगे। सो आंसर आ गया साडा 3.7782। इस तरह असीं होर भी बच्चे लॉग दीयां जिहड़ियां वैल्यूज़ ने वो फाइंड करके देख सकते हैं। ये सीगा लॉग फाइंड करना। हुण असीं देखांगे बच्चे एंटी लॉग किवें फाइंड करना। देखो एंटी लॉग की होएगा लॉग दा इनवर्स, इनू बोलिया जांदा एंटी लॉग। पहला इस वीडियो च अजे सिर्फ असीं समझांगे कि एंटी लॉग किसी पॉजिटिव टर्म दा किद्दां फाइंड किया जाना। हुण इहदे विच भी अगेन बच्चे सानू एक करैक्टरिस्टिक पार्ट हुंदा, दूसरा साडे कोल मैंटीसा पार्ट हुंदा। डेसीमल तो अगे करैक्टरिस्टिक, डेसीमल तो बाद वाले पोर्शन नूं की कहंदे आ मैंटीसा पार्ट। हुण अगेन प्रोसीजर की होएगा, कहंदे स्टैप फर्स्ट आ सैपरेट करैक्टरिस्टिक एंड मैंटीसा पार्ट। सब तो पहला काम कहंदे जिहड़ा उहदा करैक्टरिस्टिक आ ते मैंटीसा उन्हां नूं सैपरेट कर दो, अलग अलग कर दो। उस तो बाद सैकेंड स्टैप कहंदे जिहड़ा इहदा करैक्टरिस्टिक पार्ट आ बच्चे यूज करैक्टरिस्टिक पार्ट जे विच जो भी वैल्यू पई आ, हुण इत्थे विच असीं डिजिट काउंट नहीं करनी आ, जो वैल्यू पई आ उहदे विच असीं की कर देना 1 ऐड कर देना। जिवें सानू टर्म आ 2.6452 दिता होया, पॉइंट तो अगे साडा करैक्टरिस्टिक पार्ट, पॉइंट तो बाद वाला साडा मैंटीसा पार्ट। स्टैप फर्स्ट की कह रहा, कहंदे जो करैक्टरिस्टिक पार्ट दे विच पई आ डिजिट ਉਹਦੇ ਵਿੱਚ 1 ਕੀ ਕਰ ਦਿਓ ਐਡ। ਸੋ ਇੱਥੇ 2 ਪਿਆ, ਅਸੀਂ ਕੀ ਕਰਾਂਗੇ 2 + 1 ਆਨਸਰ ਕਿੰਨਾ ਆ ਜਾਏਗਾ 3। ਬੱਚੇ ਜਿਹੜਾ 3 ਆ ਅਸੀਂ ਇਹਨੂੰ ਕੁਛ ਨਹੀਂ ਇਹ ਤੋਂ ਬਾਅਦ ਕੋਈ ਡੈਸੀਮਲ ਨਹੀਂ, ਬਸ ਇਹਨੂੰ ਇੱਕ ਸਾਈਡ 'ਤੇ ਸੋਲਵ ਕਰਕੇ ਰੱਖ ਲਿਆ ਕਿ 3 ਆ। ਹੁਣ ਜਿਹੜਾ 2 ਸੀਗਾ ਬੱਚੇ ਉਹਦਾ ਯੂਜ਼ ਹੋ ਗਿਆ। ਹੁਣ ਜਿਹੜੀ ਪੁਆਇੰਟ ਤੋਂ ਅੱਗੇ ਟਰਮ ਆ ਉਹਨੂੰ ਅਸੀਂ ਦੁਬਾਰਾ ਯੂਜ਼ ਨਹੀਂ ਕਰਨਾ, ਸੋ ਇਹਨੂੰ ਤਾਂ ਅਸੀਂ ਕੱਟ ਕਰ ਦਾਂਗੇ। ਹੁਣ ਅਸੀਂ ਐਂਟੀ ਲੌਗ ਟੇਬਲ ਤੋਂ ਬਾਕੀ ਵੈਲਿਊ ਦੇ ਲਈ ਬੱਚੇ ਵੈਲਿਊ ਫਾਈਂਡ ਕਰਨੀ ਆ। ਹੁਣ ਪਿੱਛੇ ਕੀ ਬਚਿਆ 6452 ਹੁਣ ਐਂਟੀ ਲੌਗ ਟੇਬਲ ਹੋਏਗਾ ਉਹਦੇ ਵਿੱਚੋਂ ਅਸੀਂ ਇਹਨੂੰ ਵੈਲਿਊ ਦੇਖਣੀ ਆ ਕਿੱਦਾਂ ਬੱਚੇ, ਜਿਵੇਂ ਲੌਗ 'ਚ ਦੇਖਿਆ ਸੀ ਕਹਿੰਦੇ ਪਹਿਲੀਆਂ ਦੋ ਟਰਮਸ ਨੂੰ ਅਸੀਂ ਇਕੱਠਾ ਦੇਖਾਂਗੇ 64, ਉਸ ਤੋਂ ਬਾਅਦ ਡਿਫਰੈਂਸ ਵੈਲਿਊ ਲਈ 5 ਦੇਖਾਂਗੇ, ਫਿਰ ਮੀਨ ਡਿਫਰੈਂਸ ਦੇ ਵਿੱਚ ਅਸੀਂ ਕੀ ਦੇਖਾਂਗੇ 2। ਸਭ ਤੋਂ ਪਹਿਲਾਂ ਐਂਟੀ ਲੌਗ ਟੇਬਲ ਦੇ ਵਿੱਚ ਜਿਹੜੀ ਮੇਨ ਕਾਲਮ ਆ 'ਚ 64 ਲੱਭਦੇ ਹਾਂ। ਦੇਖੋ ਫਸਟ ਬੱਚੇ ਮੇਨ ਆਹ ਵਾਲੀ ਸਾਡੀ ਮੇਨ ਕਾਲਮ ਆ, ਇਹਦੇ ਵਿੱਚ ਕਿਤੇ 64 ਕਿੱਥੇ 64 ਸਾਡੇ ਕੋਲ ਅੱਗੇ ਜਾ ਕੇ, ਹਾਂਜੀ ਆ ਪਿਆ ਸਾਡੇ ਕੋਲ 64। ਉੱਪਰੋਂ ਕੀ ਚਾਹੀਦਾ ਸਾਡੇ ਕੋਲ 64 ਤੋਂ ਬਾਅਦ ਅਗਲੀ ਟਰਮ ਹੈਗੀ ਆ 5 ਫਿਰ 2, 64 ਤੇ 5, 64 ਬੱਚੇ 5 ਆ ਸੀ, 64 ਇੱਥੋਂ ਜਾ ਰਿਹਾ 5 ਇੱਧਰੋਂ ਜਿੱਥੇ ਕ੍ਰਾਸ ਹੋ ਰਹੀਆਂ ਨੇ 4 4 1 6 4 4 1 6। ਉਸ ਤੋਂ ਬਾਅਦ ਜਿਹੜੀ ਵਿੱਚ ਮੀਨ ਡਿਫਰੈਂਸ ਆ, ਮੀਨ ਡਿਫਰੈਂਸ ਅਸੀਂ ਕਿਹਚੋਂ ਦੇਖਣੀ ਆ ਛੋਟੀ ਵੈਲਿਊ ਚੋਂ। ਕਿਹੜੀ ਵੈਲਿਊ ਆ ਸਾਡੇ ਕੋਲ 5 5 2 2 ਦੇ ਲਈ ਚੈੱਕ ਕਰਨਾ। ਹੁਣ ਅਗੇਨ ਆ ਕਿੱਥੇ ਜਾ ਕੇ ਮੈਚ ਹੋਏਗਾ 2 ਦੇ ਨਾਲ 2 'ਤੇ, ਸੋ ਕਿੰਨਾ ਆ ਜਾਏਗਾ 2 ਵੈਲਿਊ ਪਈ ਆ। ਤਾਂ ਜੋ ਸਾਡਾ ਪਹਿਲਾ ਆਨਸਰ ਸੀ ਉਹਦੇ ਵਿੱਚ ਅਸੀਂ 2 ਕੀ ਕਰ ਦੇਣੇ ਨੇ ਐਡ, ਇਹ ਵੈਲਿਊ ਆ ਜਾਏਗੀ ਵਿੱਚ 8144। ਸੋ ਆਨਸਰ ਆ ਗਿਆ 4418। ਬਟ ਇਹਨੂੰ ਕਿਵੇਂ ਲਿਖਣਾ, ਕਹਿੰਦੇ ਵਿੱਚ ਇਹਦੇ ਡੈਸੀਮਲ ਕਿਵੇਂ ਲਗਾਉਣਾ। ਜੋ ਪਹਿਲੀ ਵੈਲਿਊ ਅਸੀਂ ਨੇ ਕੱਢੀ ਹੋਇਆ ਜਿਹੜਾ ਪੁਆਇੰਟਸ ਤੋਂ ਅਸੀਂ ਕੱਢਿਆ ਸੀ ਕਰੈਕਟਰਿਸਟਿਕ ਪਾਰਟ ਦੇ ਵਿੱਚ ਜੋ ਡਿਜਿਟ ਪਈ ਸੀ ਅਸੀਂ ਉਹਦੇ ਵਿੱਚ 1 ਐਡ ਕੀਤਾ ਤਾਂ ਆਨਸਰ ਕਿੰਨਾ ਆ ਗਿਆ ਸੀ 3। ਤਾਂ ਇਸ ਦਾ ਮਤਲਬ ਬੱਚੇ ਜੋ ਸਾਨੂੰ ਆ ਡਿਜਿਟ ਮਿਲੀ ਆ, ਜੋ ਸਾਨੂੰ ਇਹ ਨੰਬਰ ਮਿਲਿਆ ਇਹਦੇ ਵਿੱਚ ਅਸੀਂ 3 ਡਿਜਿਟ ਨੂੰ ਛੱਡ ਕੇ ਪੁਆਇੰਟ ਲਗਾ ਦਾਂਗੇ 1
62523 ਸੋ ਸਾਡਾ ਆਂਸਰ ਆ ਗਿਆ 441.8 ਇਹ ਹੋ ਗਈ ਐਂਟੀਲੌਗ ਵੈਲਿਊ ਆਫ 2.6452 ਦੀ। ਅਗੇਨ ਪਹਿਲਾ ਸਟੈਪ ਕੀ ਆ, ਕਹਿੰਦੇ ਅਸੀਂ ਨੇ ਕਰੈਕਟਰਿਸਟਿਕ ਅਤੇ ਮੈਂਟੀਸਾ ਪਾਰਟ ਨੂੰ ਅਲੱਗ-ਅਲੱਗ ਕਰਨਾ। ਸੈਕਿੰਡ ਸਟੈਪ ਕੀ ਆ, ਜਿਹੜਾ ਕਰੈਕਟਰਿਸਟਿਕ ਪਾਰਟ 'ਚ ਡਿਜਿਟ ਪਈ ਆ ਉਹਦੇ ਵਿੱਚ 1 ਐਡ ਕਰਕੇ ਰੱਖ ਲੈਣਾ ਇੱਕ ਸਾਈਡ 'ਤੇ। ਫਿਰ ਉਸ ਤੋਂ ਬਾਅਦ ਬੱਚੇ ਉਹਨੂੰ ਅਸੀਂ ਨੇ ਸਕਿਪ ਕਰ ਦੇਣਾ। ਪਿਛਲੀਆਂ ਡੈਸੀਮਲ ਤੋਂ ਬਾਅਦ ਜਿਹੜਾ ਮੈਂਟੀਸਾ ਪਾਰਟ ਆ ਸਿਰਫ ਉਹ ਤੋਂ ਲੌਗ ਵੈਲਿਊ ਐਂਡ ਟੇਬਲ ਵੈਲਿਊ ਚੈੱਕ ਕਰਨੀਆਂ ਨੇ। ਪਹਿਲੀਆਂ ਦੋ ਨੂੰ ਅਸੀਂ ਪੇਅਰ 'ਚ ਦੇਖਣਾ, ਉਸ ਤੋਂ ਬਾਅਦ ਅਗਲੀ ਡਿਜਿਟ ਅਤੇ ਫਿਰ ਮੀਨ ਡਿਫਰੈਂਸ ਡਿਜਿਟ ਦੇਖਣੀ ਆ। ਲੌਗ ਜਿਹੜੇ ਐਂਟੀ ਲੌਗ ਟੇਬਲ ਆ ਉਹਦੇ ਵਿੱਚੋਂ ਅਸੀਂ 64 ਵਾਲੇ ਟਰਮ ਲੱਭਾਂਗੇ ਕਿ 64 ਪਹਿਲੀ ਕਾਲਮ 'ਚ ਕਿੱਥੇ ਆ। ਫਿਰ ਉਹ ਅਗਲੀ ਡਿਜਿਟ ਡਿਫਰੈਂਸ ਡਿਜਿਟ ਦੇਖਾਂਗੇ, ਜਿੱਥੇ ਦੋਨੋਂ ਮੈਚ ਕਰ ਰਹੀਆਂ ਨੇ ਇੰਟਰਸੈਕਟ ਕਰ ਰਹੀਆਂ ਨੇ ਉਹ ਵੈਲਿਊ ਪਿਕ ਕਰ ਲਓ। ਫਿਰ ਮੀਨ ਡਿਫਰੈਂਸ ਦੇ ਵਿੱਚੋਂ ਵੀ ਦੇਖੋ 64 ਅਤੇ ਮੀਨ ਡਿਫਰੈਂਸ ਵੈਲਿਊ ਕਿੱਥੇ ਇੰਟਰਸੈਕਟ ਹੋ ਰਹੀ ਆ। ਜਿਹੜੇ ਦੋਨੋਂ ਆਨਸਰ ਆਉਣਗੇ ਉਹਨਾਂ ਨੂੰ ਕੀ ਕਰ ਦਾਂਗੇ, ਐਡ। ਜਦੋਂ ਐਡ ਹੋ ਗਿਆ ਫਿਰ ਜਿੰਨਾ ਸਾਡਾ ਪਹਿਲਾਂ ਕਰੈਕਟਰਿਸਟਿਕ ਪਾਰਟ ਤੋਂ ਵੈਲਿਊ ਆਈ ਸੀ ਉਨੀਆਂ ਡਿਜਿਟ ਛੱਡ ਕੇ ਅਸੀਂ ਡੈਸੀਮਲ ਪੁਆਇੰਟ ਆ ਜਿਹੜਾ ਉਹ ਪਲੇਸ ਕਰ ਦਾਂਗੇ। ਆਈ ਹੋਪ ਕਲੀਅਰ ਹੋ ਗਿਆ ਹੋਏਗਾ। ਇਹ ਸੀ ਐਂਟੀ ਲੌਗ। ਥੈਂਕ ਯੂ ਫॉर ਵਾਚਿੰਗ।